अस्सलाम वालेकुम जी। ਇਹ ਖੱਬ ਭਈਆ ਜੀ ਆਪਣੇ ਰੇਲਵੇ ਸਟੇਸ਼ਨ ਦੇ ਕੋਲ ਵਾਮੀ ਹੋਟਲ ਲੱਗੇ ਕਿ ਜਨਾਬ ਇਹ ਗੋਸ਼ਤ ਰਕਸ਼ੇ 'ਚੋਂ ਫੜ ਲਿਆ ਵਾ ਡੰਗਰ। ਕੋਈ ਕਹਿੰਦਾ ਮੁਰਦਾ ਵਾ, ਕੋਈ ਕਹਿੰਦਾ ਜ਼ਿਬਾ ਕੀਤਾ ਵਾ। ਇਹ ਹੁਣ ਜਲਦੇ ਜਾ ਕੇ ਦੇਖਦੇ ਕਿ ਕੀ ਮਾਮਲਾ ਹੈਗਾ ਵਾ ਕਿ ਰਮਜ਼ਾਨ ਅਲ ਮੁਬਾਰਕ ਦੇ ਮੁਕੱਦਸ ਮਹੀਨੇ ਦੇ ਵਿੱਚ ਵੀ ਲੋਕ ਜਿਹੜੇ ਹੈਗੇ ਆ ਉਹ ਨਾਮ ਕੀ ਤੇਰਾ ਭਾਈ? ਇਹਦੇ ਲਈ ਜਾ ਕੇ ਚੱਲਾਂ ਅਲੀ ਦਾ ਕਿੱਥੇ ਦਾ ਵਾ? ਸ਼ਹਿਰ ਦਾ ਹੀ ਇਹ ਲਦਾਇਆ ਤੈਨੂੰ ਕਿੰਨੇ ਆ? ਆਪ ਲਦਾਇਆ ਕਿੱਥੋਂ? ਘਣੀਆਂ ਕਿਹੜਾ? ਦੋ ਘਣੀਆਂ ਸਿੱਖਾਂ ਵਾਲਾ ਘਣੀਆਂ, ਸ਼ਹਿਰ ਮੁਸਲਮਾਨਾਂ ਵਾਲਾ ਘਣੀਆਂ। ਇੱਕ ਹੈ ਮੂੰਗੀ ਰੋਡ ਤੇ, ਇੱਕ ਇੱਧਰ ਵਾਲੇ ਤੋਂ। ਤੇ ਇਹ ਦੇਣਾ ਕਿਹਨੂੰ ਲਿਆ ਕੇ? ਲੈ ਕੇ ਜਾ ਰਹੇ ਕਿਹਦੇ ਵਾਸਤੇ? ਲਾਉਣ ਵਾਸਤੇ? ਨਹੀਂ ਲਾ ਕੇ ਕੀ ਕਰਨਾ ਇਹ? ਹਾਂਜੀ ਤੁਸੀਂ ਖੁਦ ਗੋਸ਼ਤ ਵੇਚਦੇ ਹੋ? ਤੇ ਇਹ ਜਿਹਦੇ ਲਿਆ ਕਿਹਦੇ ਕੋਲੋਂ ਵਾ? ਇਹ ਉਹ ਪਿੰਡ ਵਾਲਿਆਂ ਕੋਲ ਲਿਆ। ਕਿਹੜਾ ਬੰਦਾ ਜਿਹਦੇ ਕੋਲ ਲਿਆ? ਹਾਂ ਤੇ ਤੁਹਾਡਾ ਸੌਦਾ ਏਦਾਂ ਹੀ ਹੋ ਗਿਆ। ਹੁਣ ਮੈਂ ਤੁਹਾਨੂੰ ਕਹਾਂ ਜਨਾਬ ਮੇਰਾ ਡੰਗਰ ਹੈ ਕਿ ਫੁੜ ਗਿਆ ਵਾ ਤੇ ਆਜੋ ਜ਼ਿਬਾ ਹੋਇਆ ਵਾ। ਖਾਣੇ ਲਾਏ ਨੇ ਤੇ ਉਹ ਜਿਹੜੀ ਬਾਹਰ ਰੱਖੀ, ਉਹ ਜਿਹੜੀ ਕਿੱਦਾਂ ਫਿਰ ਬਾਹਰ ਆ ਗਈ ਜੇ ਜ਼ਿਬਾ ਹੋਇਆ? ਕਿੰਨੇ ਕੱਢੀ? ਕਿੰਨੇ ਇਹ? ਤੂੰ ਕਿਹੜੀ ਜਗ੍ਹਾ ਦਾ ਰਹਿਣ ਵਾਲਾ? ਕੋਟ ਅਬਦੀ ਸਫਾਈਆਂ ਦਾ ਕੰਮ ਕਰਦਾ? ਕਿਹੜੀ ਜਗ੍ਹਾ? ਕੰਮ ਨਹੀਂ ਕਰਦਾ ਫਿਰ ਤੁਰ ਕੇ ਕਿੱਦਾਂ ਵੇਚਦਾ? ਫਿਰ ਤੁਰ ਕੇ ਕੌਣ ਵੇਚਦਾ? ਕੋਈ ਫੇਰੀ ਲਾਉਂਦੇ ਗੋਲ ਅੱਡਾ ਨਹੀਂ ਕਿਤੇ ਕੋਈ ਵੀ। ਹਾਂ ਇਹ ਦੇਣਾ ਕਿਹਨੂੰ ਸੀ ਲਿਜਾ ਕੇ? ਹੁਣ ਲਾਣਾ ਸੀਗਾ ਨਾ ਭਾਈ, ਉਹ ਲਾ ਕੇ ਕਿਸੇ ਨੂੰ ਤਾਂ ਦੇਣਾ ਸੀ। ਜਿਹਨੂੰ ਦੇਣਾ ਸੀ ਇਹ ਤਾਂ ਕੇ ਦੱਸਣਾ ਕਿ ਦੇਣਾ ਕਿਹਨੂੰ ਆ? 300 ਲੈ ਕੇ ਜਾਣਾ। ਹਾਂ ਹੁਣ ਕਹਿੰਦਾ ਇੱਥੇ ਦੇਣਾ। ਪਹਿਲਾਂ ਤੁਸੀਂ ਕਹਿ ਰਹੇ ਕਿ ਮੈਂ 300 ਚੱਕ ਤਾਂ ਉੱਥੇ ਲੈ ਕੇ ਜਾਣਾ, ਹੁਣ ਤੁਸੀਂ ਕਹਿੰਦੇ ਕੋਟ ਅਬਦੀ ਲਾ ਕੇ ਦੇਣਾ। ਇਹਨਾਂ ਦਾ ਵਾਸਤਾ ਜਿੱਥੇ ਅਸੀਂ ਜਾਣਾ ਉੱਥੇ ਤੇ ਨਹੀਂ ਉਹ ਕਰਾਣੀ ਕਿਹਨੇ ਭਾਈ। ਅਦਾ ਦੇ ਆ ਇਹਨਾਂ ਨੂੰ ਵੀ ਸ਼ੱਕ ਪੈ ਗਿਆ ਵਾ। ਰੋਜ਼ਾ ਚੱਲਣ ਦੇ ਅਫਤਾਰੀਆਂ ਦੇ। ਆ ਕਰਾਓ ਬਲਦੀ ਵਾਲਿਆਂ ਦੀ ਅਫਤਾਰੀ। ਪੁਲਿਸ ਨੂੰ ਫੋਨ ਕੀਤਾ? ਇਹ ਜੀ ਕੀ ਹੋ ਗਿਆ? ਭਾਈ ਸਾਹਿਬ ਐਵੇਂ ਕਿਹਾ ਜੀ ਗੈਸ ਕਰੀ। ਇਹ ਕੌਣ ਆ? ਕੀ ਹੋਇਆ ਭਾਈ? ਤੁਹਾਡਾ ਸ਼ਨਾਖਤੀ ਕਾਰਡ ਹੈ? ਨਹੀਂ ਕੋਲ ਨਹੀਂ ਆ। ਹਾਂ ਨਾਮ ਲਾ ਕੇ ਦੱਸਿਆ ਤੁਸੀਂ ਆਪਣਾ? ਅਲੀ ਰਜ਼ਾ, ਬਲਦੀਅਤ, ਮੁਹੰਮਦ ਜ਼ਫਰ। ਕੌਮ ਤੁਹਾਡੀ ਕੀ? ਹਾਂਜੀ ਕਸਾਈ ਹੋ? ਇੱਥੇ ਦੇ ਕੋਟ ਅਬਦੀ ਦੇ ਰਸ਼ੀ ਹੋ? ਇੱਕ ਤੁਸੀਂ ਵੈਸੇ ਕੀ ਕਰਕੇ ਇਹ ਫੇਰੀ ਲਾ ਕੇ ਦੇਣਾ ਤਾਂ ਤੁਸੀਂ ਕਿਸੇ ਨੂੰ ਹੈਗਾ ਹੀ ਇਹ? ਉਹੀ ਨਾ ਹਾਂਜੀ ਭਾਈ ਕਿਹਨੂੰ ਦੇਣਾ? ਦੇਖੋ ਕਿਹਨਾਂ ਨੂੰ ਦੇਣਾ ਸੀ, ਪਿੰਡੀ ਵਾਲਿਆਂ ਨੂੰ ਇੱਥੇ ਦੇਣਾ। ਹਾਂਜੀ ਪਿੰਡੀ ਵਾਲੇ ਕਿਹੜੇ? ਯਾਨੀ ਕਿ ਇੱਥੋਂ ਪਿੰਡੀ ਸਪਲਾਈ ਕੌਣ ਕਰਦਾ ਵਾ ਤੁਹਾਡੇ ਚੋਂ? ਇਹ ਕੋਈ ਨਹੀਂ ਕਰਦੇ। ਹਾਂ ਨਹੀਂ ਜੇ ਇੱਥੋਂ ਪਿੰਡੀ ਸਪਲਾਈ ਕੋਈ ਨਹੀਂ ਕਰਦਾ ਤੇ ਫਿਰ ਤੁਸੀਂ ਪਿੰਡੀ ਕਿੱਦਾਂ ਸਪਲਾਈ ਕਰਨਾ? ਤੁਹਾਡਾ ਪਿੰਡੀ ਕਿਸੇ ਨਾਲ ਰਾਬਤਾ ਹੈਗਾ ਹੀ ਹੈ ਨਾ? ਜਾਂ ਜਿਹੜੇ ਇੱਥੋਂ ਗੋਜ ਨੇ ਉਹ ਬੰਦੇ ਪਿੰਡੀ ਦਿੰਦੇ ਆ ਉਹਨਾਂ ਨੂੰ? ਤੇਰਾ ਨਾਂ ਕੀ ਆ? ਬਲਦੀਆ ਸਾਲਾ ਬੰਦਾ ਕਿਹੜਾ ਸੀ ਤੇਰਾ? ਅੱਜ ਵਾਕੇ ਕੱਟਾ ਵਾ। ਤੁਸੀਂ ਤੇ ਪਿੱਛੇ ਹੋ ਥੋੜੇ ਜਿਹੇ ਇੱਧਰ ਹੋ। ਕਿਧਰ ਕੱਟਾ ਹੈ? ਸਾਹਮਣੇ ਕੋ ਡਾਕਟਰ ਸਾਹਿਬ ਝੋਟੀ ਹੈ? ਡਾਕਟਰ ਸਾਹਿਬ ਮੌਸਮ ਬੋਲ ਰਿਹਾ ਕਿੱਥੇ ਹੋ? ਕਿੰਨੇ ਦੀ ਖਰੀਦੀ? ਕਿੰਨੇ ਦੀ ਇਹ? 25,000 ਦੀ? ਹੁਣ 20 ਮੈਨੂੰ ਤੂੰ 20 ਦੀ ਹੁਣ ਪਹਿਲੋਂ 20 ਦੀ ਇੱਕ 25 ਦੀ ਐਸਾ ਫਿਰ ਟੋਟਲੀ ਹੋਈ ਨਾ ਕਿ ਬੰਦੇ ਚ ਪਾ ਰਿਹਾ ਵਾ। ਨਹੀਂ ਤੁਸੀਂ ਤਾਂ ਪਹਿਲਾਂ ਕਹਿ ਰਹੇ ਸੀਗੇ ਕਿ ਮੈਂ ਇੱਥੇ ਹੀ ਵੇਚਦਾ ਫਿਰ ਤੁਰ ਕੇ ਫੇਰੀ ਲਾ ਕੇ। ਹੁਣ ਤੁਸੀਂ ਕਹਿ ਰਹੇ ਕਿ ਮੇਰਾ 300 ਅੱਡਾ ਜੇ। 300 ਕਿਹੜੀ ਜਗ੍ਹਾ ਤੇ ਅੱਡਾ ਵਾ? ਕਿਹੜੀ ਜਗ੍ਹਾ ਤੇ ਆ? ਕਿੱਥੇ ਕਰ? ਨਹੀਂ ਮੈਂ ਕਿਹਾ ਅੱਡਾ ਕਿਹੜੀ ਜਗ੍ਹਾ? ਨਹੀਂ ਅੱਡਾ ਤੇ ਆਪਣਾ ਅੱਡਾ ਤੇ ਦੱਸਣਾ ਨਾ ਵੀ ਅੱਡਾ ਕਿਹੜੀ ਜਗ੍ਹਾ ਵਾ। ਹੁਣ ਅੱਡਾ ਨਹੀਂ ਹੈ ਮੇਰਾ। ਹਾਂਜੀ ਹਾਂ ਹੁਣੇ ਤੇ ਕਹਿ ਰਿਹਾ 300 ਚੱਲਦਾ ਫਿਰ ਤਾਂ ਜਨਰਲ ਸਟੋਰ ਤੇ ਕਰਕੇ ਕਿਸੇ ਅਗਰ ਇਹਨੂੰ ਖੜਵੇ ਤਾਂ ਲਾਉਣੀ ਸੀ ਖੜਵਟ ਕਰਨਾ ਕਿੱਥੇ ਕਰਨਾ ਸੀ? 300 ਕਿੱਥੇ ਜਾ ਕੇ ਕਿਹਦੇ ਕੋਲ ਕਰਨਾ? ਅਰੇ ਜਗ੍ਹਾ ਕਿਹੜੀ ਹੈ ਜਿੱਥੇ ਇਹਨੂੰ ਵੱਢ ਟੁੱਕ ਕਰਨੀ? ਜਗ੍ਹਾ ਜਿੱਥੇ ਵੀ ਘਰ ਲੈ ਲਈ ਸੀ। ਘਰ ਜਾ ਕੇ ਇੱਥੇ ਕੋਟ ਅਬਦੀ ਜੀ ਕਦੋਂ ਤੱਕ ਕਰ ਰਹੇ ਹੋ? ਕਦੋਂ ਦੇ ਦਾ ਆਪਣਾ ਕੰਮ ਸ਼ੁਰੂ ਕੀਤਾ? ਭਾਈ ਸ਼ੁਰੂ ਕੀਤਾ ਹੈ ਅੱਜ ਹੀ ਹੋਈ ਪਹਿਲਾ ਡੰਗਰ ਫੜਿਆ ਗਿਆ ਹੈ। ਅੱਛਾ ਸੰਡੇ ਸ਼ੁਰੂ ਲਿਆ ਵਾ ਪੂਰੀ ਜਾ ਕੇ ਸਾਰੇ ਜਿੰਨੇ ਵੀ ਖੜੇ ਆ ਨਾ ਸਾਰੇ ਇਹਨਾਂ ਨੇ ਵੀ ਖਾਣਾ। ਹਾਂ ਕਾਕੇ ਖਾਣਾ ਵਾ? ਹਾਂਜੀ ਉਹ ਕੁਰਮ ਸੈਂਟਰ ਨਹੀਂ ਹੈ ਉੱਥੇ ਸਾਰੇ ਤਲਕ ਵਾਲੇ ਬੰਦੇ ਖੜੇ। ਮੈਂ ਤਾਂ ਸਾਡਾ ਤਾਂ ਨਹੀਂ ਕਹਿੰਦਾ ਫੂਡ ਸਾਡੀ ਵਾਲੇ ਸੈਂਪਲ ਕਰਾ ਦਿੰਦੇ ਆ ਯਾਰ। ਲੇਕਿਨ ਚੁੱਕੀ ਹਾਲਾਤ ਹੋਈ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਹੈ ਕਿ ਜੋ ਖੁੱਲੇਗੀ ਤੇ ਫਿਰ ਮੈਂ ਤੁਹਾਨੂੰ ਆਪਣੀ ਰਾਈ ਅੱਧੀ ਦੇ ਇਹਨਾਂ ਨੇ ਖੋਲੀ ਆ। ਖੁੱਲੀ ਅੰਦਰ ਬੇਟਾ ਤਾਂ ਬਾਹਰ ਹੈ। ਆਓ ਖੋ ਜੋ ਸਾਰਾ ਕੁਝ ਜਿੱਦਾਂ ਪੁੱਛਦੀ ਉਹਦਾ ਕੀ ਕਰਨਾ ਉਹ ਕਿਵੇਂ ਜਾਣ ਲਓ। ਇਹਦਾ ਮਤਲਬ ਕਿ ਜਿਹੜਾ ਹੈਗਾ ਇਹਦਾ ਅੰਦਰਲਾ ਛੰਦਣਾ ਜਾਂ ਜੋ ਵੀ ਉਹਦਾ ਮੈਂ ਤੁਹਾਨੂੰ ਦੱਸਦਾ ਇਹ ਇਹਨਾਂ ਨੇ ਕਿੱਥੇ ਮੰਨਣਾ ਵਾ ਕਿ ਮਰੀ ਹੋਈ ਆ। ਮਰੀ ਨੂੰ ਅਸੀਂ ਛੁਰੀ ਫੇਰ ਕੇ ਲਿਆਂਦੀ। ਇਹ ਤੁਸੀਂ ਭਾਵੇਂ
ਆਪ ਅੱਖੀ ਵੇਖ ਲਵਾਂ ਮਰੀ ਨੂੰ ਫੇਰ ਇਹਨਾਂ ਨੇ ਮੰਨਣਾ ਹੈਗਾ। ਕੋਈ ਗੱਲ ਹੈਗੀ ਇਹ ਤੇ ਹੁਣ ਤੁਸੀਂ ਮਤਲਬ ਇੱਕ ਅਦਾਰੇ ਦੇ ਬੰਦੇ ਜੇ ਤੁਸੀਂ ਜ਼ਿਆਦਾ ਬਿਹਤਰ ਇਹਨਾਂ ਦੇ ਉੱਤੇ ਕੀ ਕਰ ਸਕਦੇ ਮੈਂ ਤੁਹਾਨੂੰ ਦੱਸਦਾ ਕਿ ਹਲੇ ਗੋਸ਼ਤ ਅੰਦਰ ਹੀ ਹੈਗਾ ਕੁਝ ਨਹੀਂ ਹੈਗੀ ਮੈਂ ਕੀ ਤਾਂ ਗੋਸ਼ਤ ਕਢਾ ਲੈਣੇ ਇੱਥੇ ਜਦੋਂ ਪਾਣੀ ਕੋਈ ਸਾਰਾ ਢਿੱਡ ਢੁੱਡ ਦੇ ਲੱਗ ਤਾਂ ਪਤਾ ਲੱਗੇ ਕਿ ਆਪਣਾ ਇਹਨਾਂ ਦਾ ਚੈੱਕ ਕੀਤਾ ਜਾਵੇ। ਸਮੈਲ ਤਾਂ ਇੰਨੀ ਗੰਦੀ ਆ ਰਹੀ ਹੈ। ਇਹ ਕਹਿ ਰਹੇ ਕਿ ਅਸੀਂ ਕਰਨਾ ਹੀ ਆਪਣੇ ਘਰ ਲੈ ਆ ਗਈ ਹੈ। ਆ ਦਹਾ ਕੱਢ ਕੇ ਯਾਰ ਗੋਸ਼ਤ ਦਾ ਪੀਸ ਦਹਾ ਇਹ ਆਪਣਾ ਜਿਹੜੇ ਵੈਟਰਨਰੀ ਡਾਕਟਰ ਨੇ ਆਪਣੇ ਗੋਇਰਾ ਦੇ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਵਾ ਇਹਨਾਂ ਨੇ ਕੰਮ ਤੇ ਕੋਈ ਗਲਤ ਕੀਤਾ ਹੈਗਾ, ਲੇਕਿਨ ਇਹ ਜ਼ਿਬਾ ਉਹਨੂੰ ਲੈ ਗਏ ਨੇ ਆਪਣਾ ਜ਼ਿਬਾ ਖਾਨੇ ਉੱਥੇ ਜਾ ਚੈੱਕ ਕਰਨਗੇ। ਇਹ ਜਿਹੜੀ ਸਾਰੀ ਇਹ ਅੱਜ ਦੀ ਕਾਰਵਾਈ ਹੈ ਆਪਣੇ ਹਾਫਿਜ਼ ਅਹਿਮਦ ਸਾਹਿਬ ਨੇ ਜਿਹਨੇ, ਕਿਉਂਕਿ ਇਹਨਾਂ ਨੇ ਜਿਹੜਾ ਇਹ ਲੋਡਰ ਰਕਸ਼ਾ ਸੀਗਾ ਜਿਹੜਾ ਜਿਹਨੇ ਕਿ ਪਕੜਾ ਸੀ, ਇਹਨਾਂ ਨੂੰ ਜਾਣਦੇ ਆ। ਅਸਲ ਕੀ मामला ਸੀਗਾ ਇਹ? सर मैंने बताया था, मेरा दोस्त था उसने बताया कि मशकूक है कि लोडर रक्षा उसमें भैंस है ना मुर्दा लेके जा रहे हैं, और मैंने उसको रोका, उसको पूछा कि क्या बात है। वो उसने ना उसकी ओज बाहर निकाली हुई थी और वो मुर्दा बाहर लग रही थी, तो मैंने सीओ साहब से फ़ोन किया और 15 पे कॉल भी की। मैंने कहा ये मशकूक मामला लगता है और सबसे ज़्यादा मशकूक ये लगता है। और आज मंगल बुध को नागा होता है गोजरा में, अक्सर जो है ना वो मुर्दा जानवर इस तरह इधर उधर किए जाते हैं, तो वही मुझे मशकूक लगा। तो मैंने मुतलका अथॉरिटी को किया, उन्होंने जहाँ ले आए वेटरनरी हॉस्पिटल, जहाँ डॉक्टर साहब ने मुलाजा किया, मुलाजा करके स्लाटर हाउस ले गए और वो कह रहे थे कि हम जो है ना वो इसकी मुलाजा रिपोर्ट तैयार करेंगे तो तस्दीक करेंगे। ये कहते के अलावा वो कहते मंगल बुध की शिकल लगती है, ये आउट ऑफ वे लेके जा रहे थे, हम देखते हैं क्या करना है इसका। ਅੱਛਾ ਤੇ ਅਸਲ ਜਦੋਂ ਆਪਣਾ ਲੈ ਕੇ ਮੂੰਹ ਨੇ ਜੋ ਸਮੈਲ ਤਿਆਰੀ ਸਮੈਲ ਬਾਰੇ ਡਾਕਟਰ ਸਾਹਿਬ ਨੇ ਕੀ ਕਿਹਾ, ਕਿਸ ਚੀਜ਼ ਦੀ ਸਮੈਲ ਸੀ? सर ये तो डॉक्टर साहब बता सकते हैं कि स्मेल इसकी वो वैसे होती है या मुर्दा होती है। हमें तो तजर्बा नहीं, स्मेल तो हमें भी आ रही थी, लेकिन ये तो डॉक्टर स्मेल किस किस्म की थी। ठीक है जी, ठीक है। बिस्मिल्लाहिर्रहमानिर्रहीम। डॉक्टर जफर इकबाल, सुपरिटेंडेंट स्लाटर हाउस गोजरा। आज मोरखा 26 मार्च 2024 को एक ज़िबाशुदा भैंस के बारे में इत्तला दी गई, जिसको हमने स्लाटर हाउस में लाकर पोस्टमार्टम फाइंडिंग के लिए उसको खोला ताकि पता चल सके कि ये मुर्दा को हलाल किया गया है या जिंदा को नाफ किया गया है। जब हमने उसका पोस्टमार्टम किया तो सारी चीज़ें जो नॉर्मल थी, जिससे ये मालूम होता है कि ये जो जानवर है ये जब जिंदा तब इसको हलाल किया गया, जबकि मालकान का बयान भी दिया गया है और जिसने चूँकि कसाई मुर्दम कसाई का बयान दिया गया है। तो दोनों की मौजूदगी में बयान उन्होंने हल्फन कहा है कि हमने जानवर जिंदा हलाल किया है। तो इसमें सर आज का जो दिन है ये नागे का दिन है। एक बात इसमें यह है कि गवर्नमेंट का जो है एक्ट, उसमें ये शेक मौजूद है कि जो जानवर है वो नागे के दिन नहीं करना, लेकिन चूँकि अगर जानवर एमरजेंसी में हो तो उसको वो कर लेते हैं। दूसरा सर ये है कि नागे के दिन के अलावा अगर कोई बंदा जो मंजूर शुदा कोई स्लॉटर हाउस है वहाँ से वो नहीं कर रहा, मतलब वो खुद ही करके ला रहा है अगर उसको। तो उसने किसी अथेंटिकेटर अथॉरिटी से IRF से कोई इजाज़त दी हुई है कि जनाब इसको हमने इजाज़त दिया कि ये डॉक्टर की मौजूदगी में डॉक्टर को चेक कराए और ये जानवर ज़िबा कर सकता है, अगर वो IRF से इजाज़त दे तब ये वो कर सकते हैं। तो इन लोगों ने आपसे कोई इजाज़त वगैरह ली है? इन्होंने मुझे कोई ना इतला नहीं की कि हम जनाब एक जानवर लेके जा रहे हैं या ऐसे मामला है, हमें उनसे अगर कोई हमारे साथ अपना कोई बंदा या स्टाफ का कोई मेंबर भेज दो ताकि वो ये देख सके कि जानवर जिंदा है, तो हमने उसको हलाल करना है। तो इसमें सर अगर कोई जानवर बीमार है तो उसको भी ज़िबा किया जा सकता है? ऐसे है कि जो हलाल चीज़ है उसको हम हलाल तो नहीं, हराम तो नहीं होने देंगे, तो ना ये करता है कि जो गरीब बंदा होता है, आज का एक नॉर्मल जानवर की जो प्राइस है वो 4-5 लाख के करीब है, जो गोश्त के हिसाब से भी तो वो 2-3 लाख का है। अगर वो जानवर फट तो के इलाज करवा रहा है या उसको फ्रैक्चर हो गया, हड्डी टूट गई है या उसको वो चल फिर नहीं सकता, उसका वो क्या करेगा, बेचेगा ही ना उसको, तो बेचेगा कौन, देगा कौन उसको? लेकिन अगर उसके अलावा कोई और ऐसी बीमारी है जो उसके ब्लड के अंदर है जो, हाँ वो उसमें कुछ ऐसी इन्फेक्शस डिजीज होती हैं जो कि ट्रांसमिट हो जाती है, लेकिन वो जहाँ पर उनका पहले एंटीमार्टम होता है, फिर पोस्टमार्टम होता है, फिर उसे पता चल जाता है कि ये जानवर उस बीमारी से लागू हो चुका है, तो ये ठीक है। तो अब इनके खिलाफ आप क्या कार्रवाई करेंगे? एक्शन जो होता है, जो मोस्ट सीरियस कंटेंजियस डिजीज होती है उसमें जानवर का टाइम नहीं लेता कि जनाब, जैसे एक लंबी स्किन डिजीज पीछे आई थी जिसको खासे वो गिलट से बन गए सारे जिसम पे, उनके गोश्त के अंदर भी बन गए थे, वैसे भी उनसे जानवरों से स्मेल आती थी, क्योंकि इनके खिलाफ ये बनता है एक्ट कि इन्होंने किया कि ये मंगल के दिन उन्होंने किया है, नागे के दिन, तो एक शिकल पे है वो। ਇਹ ਜਨਾਬ ਤੁਸੀਂ ਸਾਰੀ ਗੁਫ਼ਤਗੂ ਸੁਣੀ ਜਨਾਬ ਅਹਿਮਦ ਸਾਹਿਬ ਦੀ, ਅੱਗੇ ਡਾਕਟਰ ਸਾਹਿਬ ਦੀ ਵੀ ਤੁਸੀਂ ਗੁਫ਼ਤਗੂ ਸੁਣ ਲਈ ਹੈ। ਡਾਕਟਰ ਸਾਹਿਬ ਕਹਿੰਦੇ ਕਿ ਜਨਾਬ ਇਹ ਜਿਹੜਾ ਵਾ ਇਹ ਮਰਨ ਤੋਂ ਪਹਿਲਾਂ ਇਹਨੂੰ ਛੁਰੀ ਫਿਰੀ ਆ, ਨਾ ਕਿ ਮਰੇ ਨੇ ਛੁਰੀ ਫਿਰੀ ਆ।
ਜੇ ਮਰੇ ਦੀ ਛੁਰੀ ਦੀਆਂ ਲਾਮਤਾਂ ਹੋਰ ਹੁੰਦੀਆਂ ਵਾ ਤੇ ਲੇਕਿਨ ਉਹ ਜਿਹੜਾ ਵਾ ਇਹਦੇ ਤੇ ਹੁਣ ਕਾਰਵਾਈ ਅਸੀਂ ਕਰਾਂਗੇ ਕਿ ਜਿਹੜਾ ਇਹਨਾਂ ਨੇ ਇੱਕ ਤਾਂ ਛੁੱਟੀ ਦਾ ਦਿਨ ਸੀਗਾ, ਦੂਜਾ ਇਹ ਕਿ ਅੱਜ ਆਪਣਾ ਕਹਿ ਲਓ ਕਿ ਆਪਣਾ ਕਿ ਮੰਗਲ ਕਿਉਂਕਿ ਮੰਗਲ ਦਾ ਨਾਗਾ ਹੁੰਦਾ, ਦੂਜਾ ਕਿ ਜਦੋਂ ਕਰਦੇ ਨੇ ਵੀ ਦੱਸਿਆ ਕਿ ਸਾਨੂੰ ਉਹਨਾਂ ਨੇ ਇਤਲਾਹ ਦੇਣੀ ਹੁੰਦੀ ਆ, ਅਸੀਂ ਉਹ ਡੰਗਰ ਨੂੰ ਦੇਖਣਾ ਹੁੰਦਾ ਵਾ ਤੇ ਸਾਡੀ ਐਪਲੀਕੇਸ਼ਨ ਇਹਨਾਂ ਨੇ ਦੇਣੀ ਹੁੰਦੀ ਆ। ਇਹ ਜਿਹੜੇ ਇਹਨਾਂ ਨੇ 2 ਗੈਰ ਕਾਨੂੰਨੀ ਕੰਮ ਕੀਤੇ ਆ ਇਹਦੇ ਵਿੱਚ ਅਸੀਂ ਇਹਨਾਂ ਤੇ ਕਾਰਵਾਈ ਕਰਾਂਗੇ। ਲੇਕਿਨ ਆਇਆ ਹੁਣ ਦੇਖੋਗੇ ਇਹ ਇੱਕ ਚੀਜ਼ ਸਵਾਲ ਪੈਦਾ ਹੁੰਦਾ ਵਾ ਕਿ ਇਹ ਜਿਹੜਾ ਗੋਸ਼ਤ ਆ ਇਹ ਬਿਮਾਰ ਡੰਗਰ ਦਾ ਸੀਗਾ, ਇਹ ਡੰਗਰ ਬਿਮਾਰ ਸੀਗਾ ਤੇ ਠੀਕ ਹੈ ਜ਼ਿਬਾ ਹੋਇਆ, ਇਹ ਆਇਆ ਇਨਸਾਨੀ ਸਿਹਤ ਵਾਸਤੇ ਕੋਈ ਮੁਜ਼ਰ ਤੇ ਨਹੀਂ ਹੈਗਾ। ਇਹਦਾ ਹੁਣ ਫੈਸਲਾ ਜਿਹੜਾ ਜੇ ਇਹ ਡਾਕਟਰ ਕਰਨਗੇ ਜਾਂ ਇਹ ਕਰਨਗੇ ਜਾਂ ਅੱਲਾ ਹੀ ਆਪਦਾ, ਡਾਕਟਰ ਸਾਹਿਬ ਜਾਣਨ ਤੇ ਅੱਲਾ ਜਾਣਨ। ਵੈਸੇ ਇੱਕ ਗੱਲ ਜਾ ਕੇ ਹੁੰਦੀ ਹੈ ਕਿ ਜਨਾਬ ਅਲੀ ਕਿ ਜਦੋਂ ਇੱਕ ਡੰਗਰ ਨੂੰ ਉਹਨਾਂ ਨੇ ਕੀਤਾ ਵਾ, ਇਹ ਤੁਸੀਂ ਪਿੱਛੇ ਗੁਫ਼ਤਗੂ ਸੁਣੋ ਕਿ ਇਹ ਬੰਦੇ ਦੇ ਬਾਰ-ਬਾਰ ਬਿਆਨਾਤ ਬਦਲ ਰਹੇ ਨੇ, ਠੀਕ ਹੈ। ਹੁਣ ਇਹਨਾਂ ਨੇ ਲਿਆ ਕੇ ਬਿਆਨ ਦਵਾ ਦਿੱਤਾ ਉਸ ਬੰਦੇ ਦਾ ਜੀ ਕਿ ਅਸੀਂ 366 ਘਣੀਆਂ ਚੋਂ ਇਸ ਬੰਦੇ ਕੋਲ ਖਰੀਦਿਆ। ਬੰਦੇ ਨੇ ਕਹਿ ਦਿੱਤਾ ਜੀ ਡਾਕਟਰ ਸਾਹਿਬ ਮੇਰਾ ਡੰਗਰ ਸੀਗਾ ਬਿਮਾਰ ਸੀਗਾ ਜੀ ਤੇ ਅਸੀਂ ਇਹਨਾਂ ਨਾਲ ਕਸਾਈਆਂ ਨਾਲ ਸੌਦਾ ਕਰ ਲਿਆ ਤੇ ਕਸਾਈਆਂ ਨੇ ਉੱਥੇ ਸਾਡੇ ਹੁੰਦਿਆਂ ਛੁਰੀ ਫੇਰੀ ਹੈਗੀ ਆ। ਅੱਗੇ ਜੀ ਅੱਲਾ ਹੀ ਵਾਰਿਸ ਆ, ਇਸ ਦਾ ਫੈਸਲਾ ਹੁਣ ਅਸੀਂ ਰੱਬ ਦੇ ਸੁੱਟਦੇ ਹਾਂ। ਰੱਬ ਜਾਣਨ ਦੇ ਜਾਣਨ ਜੇ ਇਹ ਝੂਠੇ ਤੇ ਅੱਲਾ ਅਜ਼za ਵਜੱਲ ਇਹਨਾਂ ਨੂੰ ਬਰੋਜ਼ੇ ਕਿਆਮਤ ਜ਼ਰੂਰ ਪੁੱਛੇਗਾ।